ਅੱਜ ਇਹੋ ਜਿਹਾ ਮਾਹੌਲ ਲੱਗ ਰਿਹਾ ਕਿ ਜਿਵੇਂ ਤੁਸੀਂ ਸਾਰੇ ਇੱਥੇ ਮੇਰੀ ਫੇਅਰਵੈਲ ਪਾਰਟੀ ਵਾਸਤੇ ਬੈਠੇ ਹੋਏ। ਉਹੀ ਗੱਲ ਬਣੀ ਮੇਰੇ ਨਾਲ 2014 ਚ मेरी नौकरी भी चली गई तो मेरी टिकट भी चली गई। भाजपा ने इस बार सिरसा से सांसद सुनीता दुग्गल का टिकट काटकर आम आदमी पार्टी छोड़कर आए भाजपा में अशोक तंवर को टिकट दिया है, जिसके बाद गांव रोडी में भाजपा की विजय संकल्प रैली में आखिरकार सुनीता दुग्गल का टिकट कटने पर दर्द झलक ही पड़ा। दुग्गल ने मन से कहा कि मुझे लगता है कि ये मेरी फेयरवेल पार्टी है, मेरी नौकरी भी गई और टिकट भी गई। जरा आप भी सुनिए दुग्गल ने क्या कहा। ਤੇ ਇਨਕਮ ਟੈਕਸ ਦੇ ਕਮਿਸ਼ਨਰ ਦੀ ਨੌਕਰੀ ਛੱਡ ਕੇ ਮੈਂ ਰਾਜਨੀਤੀ ਚ ਆਈ ਸੇਵਾ ਵਾਸਤੇ। ਤੇ ਜਦੋਂ ਉਸ ਟਾਈਮ ਕੋਈ ਵੀ ਅਫਸਰ ਜਿਹੜਾ ਉਹਦੀ ਵਿਦਾਈ ਹੁੰਦੀ ਸੀ ਨਾ ਤੇ ਆਪਾਂ ਫੇਅਰਵੈਲ ਪਾਰਟੀ ਕਰਦੇ ਸੀ। ਮੈਨੂੰ ਵੀ ਅੱਜ ਇਹੋ ਜਿਹਾ ਮਾਹੌਲ ਲੱਗ ਰਿਹਾ ਕਿ ਜਿਵੇਂ ਤੁਸੀਂ ਸਾਰੇ ਇੱਥੇ ਮੇਰੀ ਫੇਅਰਵੈਲ ਪਾਰਟੀ ਵਾਸਤੇ ਬੈਠੇ ਹੋਏ। ਤੇ 5 ਸਾਲ ਤੱਕ 2014 ਚ ਨੌਕਰੀ ਛੱਡ ਕੇ ਇਨਕਮ ਟੈਕਸ ਕਮਿਸ਼ਨਰ ਦੀ ਮੈਂ ਰਾਜਨੀਤੀ ਚ ਆਈ। ਤੇ ਉਸ ਟਾਈਮ ਮੈਨੂੰ ਯਾਦ ਹੈ ਕਿ ਮੈਨੂੰ ਸਾਡੇ ਸ਼ੀਰਸ਼ ਨੇਤਰਤਵ ਨੇ ਕਹਿਤਾ ਸੀ ਕਿ 2014 ਚ ਤੁਸੀਂ ਜਿਹੜਾ ਸਿਰਸਾ ਤੋਂ ਚੁਣਾਵ ਲੜਨਾ ਹੈ। ਮੈਂ ਕਿਹਾ ਠੀਕ ਹੈ ਜੀ, ਮੈਨੂੰ ਤਾਂ ਕੁਝ ਪਤਾ ਨਹੀਂ ਸੀ ਰਾਜਨੀਤੀ ਚ। ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਅਰੁਣ ਜੇਟਲੀ ਜੀ ਨੂੰ ਮਿਲ ਕੇ ਆਓ, ਭੈਣ ਸੁਸ਼ਮਾ ਸਵਰਾਜ ਜੀ ਨੂੰ ਮਿਲ ਕੇ ਆਓ, ਤੇ ਆਪਣੇ ਜਿਹੜੇ ਸਿਰਸਾ ਦੇ ਆਗੂ ਨੇ ਆਪਣੇ ਜਗਦੀਸ਼ ਚੋਪੜਾ ਜੀ ਉਹਨਾਂ ਨੂੰ ਮਿਲੋ, ਤੇ ਆਪਣੇ ਆਦਰਣੀय ਗਣੇਸ਼ੀ ਲਾਲ ਜੀ ਉਹਨਾਂ ਨੂੰ ਮਿਲੋ। ਮੈਂ ਸਾਰਿਆਂ ਨੂੰ ਮਿਲੀ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਮਨੋਹਰ ਲਾਲ ਜੀ ਨੂੰ ਵੀ ਮਿਲੋ। ਤੇ ਮੈਨੂੰ ਯਾਦ ਹੈ ਕਿ ਰੋਹਤਕ ਵਿੱਚ ਆਪਣੇ ਜਿਹੜੇ ਪੂਰਬ ਵਿੱਚ ਮੰਤਰੀ ਹੁੰਦੇ ਸੀ ਮਨੀਸ਼ ਗਰੋਵਰ ਜੀ, ਉਹਨਾਂ ਦੇ ਘਰ ਮੈਂ ਗਈ ਤੇ ਉੱਥੇ ਪਹਿਲੀ ਵਾਰ ਮੈਂ ਸਾਡੇ ਆਦਰਣੀय ਮਨੋਹਰ ਲਾਲ ਜੀ ਨੂੰ ਮਿਲੀ। ਮਨੋਹਰ ਲਾਲ ਜੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਤਾਂ ਅਫਸਰ ਸੀ, ਤੁਸੀਂ ਕਿਵੇਂ ਰਾਜਨੀਤੀ 'ਚ ਆ ਰਹੇ ਹੋ। ਮੈਂ ਕਿਹਾ ਜੀ ਮੈਨੂੰ ਸ਼ੀਰਸ਼ ਨੇਤਰਤਵ ਨੇ ਵਿਸ਼ਵਾਸ ਦਿਲਾਇਆ ਹੈ ਕਿ ਸਿਰਸਾ ਤੋਂ ਤੁਹਾਨੂੰ ਟਿਕਟ ਦੇਵਾਂਗੇ ਤਾਂ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਦਾਮਨ ਥਾਮ ਕੇ ਉੱਥੋਂ ਚੁਣਾਵ ਲੜੋ। ਉਹਨਾਂ ਨੇ ਮੈਨੂੰ ਹੱਸ ਕੇ ਕਿਹਾ ਕਿ ਰਾਜਨੀਤੀ 'ਚ ਐਵੇਂ ਹੀ ਹੁੰਦਾ, ਤੁਸੀਂ ਵੇਖ ਲਓ ਕਦੇ ਕਦੇ ਨੌਕਰੀ ਵੀ ਚਲੀ ਜਾਂਦੀ ਹੈ ਤਾਂ ਟਿਕਟ ਵੀ ਚਲੀ ਜਾਂਦੀ ਹੈ। ਉਹੀ ਗੱਲ ਬਣੀ ਮੇਰੇ ਨਾਲ 2014 ਚ ਮੇਰੀ ਨੌਕਰੀ ਵੀ ਚਲੀ ਗਈ ਤੇ ਮੇਰੀ ਟਿਕਟ ਵੀ ਚਲੀ ਗਈ। ਤੇ ਉਸ ਤੋਂ ਬਾਅਦ ਫਿਰ ਮੈਨੂੰ ਕਿਹਾ ਗਿਆ ਕਿ ਤੁਸੀਂ ਚਿੰਤਾ ਨਾ ਕਰੋ, ਤੁਸੀਂ 90 ਜਿਹੜੀ ਵੀ ਆਪਣੀ ਵਿਧਾਨ ਸਭਾ ਨੇ ਉੱਥੇ ਤੁਸੀਂ ਜਿੱਥੇ ਵੀ ਹੱਥ ਰੱਖੋਗੇ ਉੱਥੋਂ ਤੁਹਾਨੂੰ ਵਿਧਾਨ ਸਭਾ ਦਾ ਚੁਣਾਵ ਲੜਾਵਾਂਗੇ। ਮੈਂ ਕਿਹਾ ਠੀਕ ਹੈ ਜੀ। ਮੈਂ ਕਿਹਾ ਜੀ ਉਹ ਫਲਾਣੀ ਜਿਹੜੀ ਹੈ ਵਿਧਾਨ ਸਭਾ ਉਹ ਮੇਰੇ ਘਰ ਦੇ ਨਜ਼ਦੀਕ ਹੈ, ਮੈਂ ਸੇਵਾ ਵਾਸਤੇ ਰਾਜਨੀਤੀ ਚ ਆਈ ਹਾਂ। ਬਈ ਮੈਂ ਕਮ ਤੋਂ ਕਮ ਕਦੇ ਕਿਸੇ ਨੂੰ ਕੋਈ ਦੁੱਖ ਹੋਏ ਤਕਲੀਫ ਹੋਏ ਅੱਧੇ ਘੰਟੇ ਚ ਮੈਂ ਉੱਥੇ ਪਹੁੰਚ ਜਾਵਾਂ। ਇਹ ਵਿਧਾਨ ਸਭਾ ਜਿਹੜੀ ਹੈ ਇੱਥੋਂ ਮੈਂ ਚੁਣਾਵ ਲੜ ਲਾਂ ਜੀ। ਕਹਿੰਦੇ ਹਾਂ ਲੜ ਲਓ ਜੀ ਤੁਸੀਂ। ਮੈਂ ਉੱਥੇ ਕਮ ਤੋਂ ਕਮ ਵੀ 2-3 ਮਹੀਨੇ ਬਹੁਤ ਮਿਹਨਤ ਕੀਤੀ ਤੇ ਜਦੋਂ ਇਹ ਟਿਕਟ ਦੀ ਗੱਲ ਆਈ ਤੇ ਉਹ ਕਹਿੰਦੇ ਉੱਥੋਂ ਦੇ ਜਿਹੜੇ ਸਾਂਸਦ ਸੀ ਕਹਿੰਦੇ ਨਾ ਜੀ ਇੱਥਾਂ ਦਾ ਚੁਣਾਵ ਤੁਸੀਂ ਨਹੀਂ ਲੜ ਸਕਦੇ। ਮੈਂ ਕਿਹਾ ਜੀ ਹੁਣ ਕੀ ਹੋਇਆ? ਕਹਿੰਦੇ ਨਹੀਂ ਜੀ ਤੁਸੀਂ ਕੋਈ ਹੋਰ ਵਿਧਾਨ ਸਭਾ ਵੇਖੋ। ਤਾਂ ਫਿਰ ਮੈਂ ਕਿਹਾ ਜੀ ਹੁਣ ਕੀ ਕਰੀਏ? ਉਹ ਕਹਿੰਦੇ ਜੀ ਤੁਸੀਂ ਘੁੰਮਦੇ ਪੂਰਾ ਹਰਿਆਣਾ ਘੁੰਮ ਕੇ ਉਹਨੇ ਕਿਹਾ ਜੀ ਸਿਰਸਾ ਜਿਹੜੀ ਹੈ ਨਾ ਉਹ ਆਪਣੇ ਅਲਾਇੰਸ ਵਿੱਚ ਚਲੀ ਗਈ ਸੀ, ਤਾਂ ਹੁਣ ਉੱਥੇ ਜਿਹੜੀ ਹੈ ਨਾ ਰਤੀਆ ਵਿਧਾਨ ਸਭਾ ਹੈ ਉੱਥੋਂ ਜਾ ਕੇ ਤੁਸੀਂ ਲੜ ਲਓ। ਮੈਂ ਕਿਹਾ ਠੀਕ ਹੈ ਜੀ, ਜਿਹੜੀ ਬਾਬਾ ਦੀ ਮਨਜ਼ੂਰੀ ਹੈ। ਤੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਸਿਰਫ ਮੈਨੂੰ 15-20 ਦਿਨਾਂ ਦਾ ਟਾਈਮ ਮਿਲਿਆ ਸੀ। ਉਸ 15-20 ਦਿਨਾਂ ਦੇ ਟਾਈਮ ਦੇ ਅੰਦਰ ਇੰਨਾ ਪਿਆਰ ਇੰਨਾ ਸਨੇਹ ਮੈਨੂੰ ਉੱਥੋਂ ਮਿਲਿਆ ਕਿ ਅੱਜ ਤੱਕ ਦੇ ਸਾਰੇ ਰਿਕਾਰਡ ਟੁੱਟ ਗਏ। 50,500 ਵੋਟਾਂ ਮੈਨੂੰ 15-20 ਦਿਨਾਂ ਚ ਰਤੀਆ ਤੋਂ ਮਿਲੀ। ਅਜੇ ਮੇਰੇ ਭਾਗ ਚ ਨਹੀਂ ਸੀ, ਇਸ ਕਰਕੇ 435 ਵੋਟਾਂ ਤੋਂ ਮੈਨੂੰ ਲੱਗਦਾ ਪੂਰੇ ਹਰਿਆਣਾ ਵਿੱਚ ਸਭ ਤੋਂ ਕਮ ਵੋਟਾਂ ਜਿਹੜੀਆਂ ਨੇ ਉਸ ਤੋਂ ਮੈਂ ਉੱਥੇ ਜਿੱਤ ਨਹੀਂ ਸਕੀ। ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਜਿਹੜਾ ਨਿਰਣੇ ਲਿੱਤਾ ਹੈ ਕਿ ਹੁਣ ਇੱਥੋਂ ਸਾਡੇ ਅਸ਼ੋਕ ਜੀ ਚੁਣਾਵ ਲੜਨਗੇ, ਮੈਂ ਬਹੁਤ ਜਿਹੜਾ ਸਰ ਮੱਥੇ ਰੱਖਦੀ ਹਾਂ ਉਹਨਾਂ ਦੀ ਇਸ ਇਮਤਿਆਜ਼ ਦਾ। ਤੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਹੁਣ ਆਗ੍ਰਹਿ ਕਰਦੀ ਹਾਂ, ਬੇਨਤੀ ਕਰਦੀ ਹਾਂ ਕਿ ਤੁਸੀਂ ਇੱਥੋਂ ਸਾਡੇ ਵੀਰ ਅਸ਼ੋਕ ਜੀ ਨੂੰ ਜਿਤਾ ਕੇ ਵੱਧ ਤੋਂ ਵੱਧ ਮੇਰੇ ਤੋਂ ਵੀ ਜ਼ਿਆਦਾ ਵੋਟਾਂ ਪਾ ਕੇ ਵੱਡੀ ਪੰਚਾਇਤ ਭੇਜੋ।
भाजपा की विजय संकल्प रैली में सुनीता दुग्गल की नाराजगी खुलकर सामने आई है। वो भले ही रैली मंच पर थी, लेकिन उन्होंने भाजपा का पटका गले में नहीं डाला था। भाजपा के एक नेता ने कहकर उन्हें भगवा पटका पहनवाया। सुनीता दुग्गल की ओर से फेयरवेल पार्टी का कहना कहीं ना कहीं ये इशारा कर रहा है कि वो शायद राजनीति से दूरी बनाने पर सोच विचार कर रही हैं, या फिर यूं कहें कि दुग्गल भाजपा को अलविदा तो नहीं कहने वाली हैं। खैर, ये तो आने वाला वक्त ही बताएगा। यह भी बता दें कि भाजपा ने इस बार सिरसा से आप छोड़कर पार्टी में आए अशोक तंवर को टिकट दिया है। भाजपा ने जिन 5 सांसदों का टिकट काटा है, उसमें हिसार के ब्रिजेंद्र सिंह ने पार्टी छोड़ दी थी। कुरुक्षेत्र के सांसद नायब सिंह सैनी को सीएम की कुर्सी मिली है। करनाल के सांसद संजय भाटिया की बजाय पूर्व सीएम मनोहर लाल को टिकट मिला है, तो वहीं नौकरी छोड़कर आए सुनीता दुग्गल का भी टिकट कट चुका है। सिरसा से सतनाम सिंह, पंजाब केसरी टीवी। हमसे जुड़े रहने के लिए हमारे YouTube चैनल को सब्सक्राइब करें और नई वीडियो की नोटिफिकेशन के लिए बेल आइकॉन को दबाएं। अगर आप ये वीडियो Facebook पर देख रहे हैं तो लाइक जरूर करें और ज्यादा से ज्यादा शेयर करें। धन्यवाद।